you? My name is Gagandeep Singh and welcome in the Punjabi Tutor. So 24 ਦਸੰਬਰ ਦਾ ਜੋ ਅੱਜ ਮਾਰਨਿੰਗ ਸਲੋਟ ਦੇ ਵਿੱਚ ਟਾਸਕ 2 ਸੀਗਾ ਜਿੰਦੇ ਵਿੱਚ ਲਿਖਿਆ ਸੀ ਕਿ ਗਵਰਨਮੈਂਟ ਨੂੰ ਸਪੈਂਡਿੰਗ ਸਾਇੰਸ ਸਬਜੈਕਟ ਉੱਪਰ ਜ਼ਿਆਦਾ ਕਰਨੀ ਚਾਹੀਦੀ ਹੈ ਟੀਚ ਕਰਨ ਦੇ ਮਾਮਲੇ 'ਚ ਬਾਕੀਆਂ ਦੇ ਮੁਕਾਬਲੇ ਕਿ ਬਾਕੀ ਫੀਲਡਸ ਤੇ ਨਹੀਂ ਜ਼ਿਆਦਾ ਸਪੈਂਡਿੰਗ ਕਰਨੀ ਚਾਹੀਦੀ ਸਾਇੰਸ ਸਬਜੈਕਟਸ ਦੇ ਉੱਪਰ ਜ਼ਿਆਦਾ ਸਾਇੰਸ ਫੀਲਡ ਉੱਪਰ ਜ਼ਿਆਦਾ ਟੀਚ ਕਰਨ ਦੇ ਲਈ ਕਾਹਦੇ ਵਾਸਤੇ ਕੰਟਰੀ ਦੀ ਡਿਵੈਲਪਮੈਂਟ ਦੇ ਪਰਪਸ ਤੋਂ ਆਪਾਂ ਦੇਖਿਆ ਜਾਵੇ ਤਾਂ ਕਹਿੰਦੇ ਕਿਸ ਹੱਦ ਤੱਕ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਸੋ ਦੇਖੋ ਤੁਹਾਡੇ ਕੋਲ 3 ਰਾਸਤੇ ਸੀਗੇ ਨਾ 2 ਰਾਸਤੇ ਮੇਨ ਆ ਤੀਸਰਾ ਆਪਾਂ ਡਿਸਕਸ ਕਰਦੇ ਹਾਂ ਤੁਸੀਂ ਸਹਿਮਤ ਹੋ ਸਕਦੇ ਹੋ ਕਿ ਬਿਲਕੁਲ ਜੀ ਮੇਰੇ ਹਿਸਾਬ ਨਾਲ ਕਿ ਬਿਲਕੁਲ ਗਵਰਨਮੈਂਟ ਨੂੰ ਜ਼ਿਆਦਾ ਸਪੈਂਡਿੰਗ ਕਰਨੀ ਚਾਹੀਦੀ ਹੈ ਬਾਕੀਆਂ ਦੇ ਮੁਕਾਬਲੇ ਜੇ ਕੰਟਰੀ ਦੇ ਡਿਵੈਲਪਮੈਂਟ ਤੋਂ ਆਪਾਂ ਦੇਖੀਏ ਤਾਂ ਦੂਸਰਾ ਤੁਸੀਂ ਡਿਸਐਗਰੀ ਹੋ ਸਕਦੇ ਸੀ ਕਿ ਮੈਂ ਜੀ ਡਿਸਐਗਰੀ ਹਾਂ ਮੈਨੂੰ ਨਹੀਂ ਲੱਗਦਾ ਕਿ ਸਾਇੰਸ ਨੂੰ ਜ਼ਿਆਦਾ ਵੇਟੇਜ ਦਿਓ ਜ਼ਿਆਦਾ ਸਪੈਂਡਿੰਗ ਕਰੋ ਬਾਕੀਆਂ ਦੇ ਨਾਲ ਮੰਨ ਕੇ ਚਲੋ ਮੈਂ ਡਿਸਐਗਰੀ ਹੋ ਗਿਆ ਪੁਆਇੰਟ ਕੀ ਹੋਣੇ ਸੀ BP1 'ਚ ਮੈਂ ਲਿਖਣਾ ਦੇਖੋ ਜੀ ਮੈਂ ਡਿਸਐਗਰੀ ਤਾਂ ਵਾਂ ਬਈ ਮੈਂ ਇਹ ਸਟੇਟਮੈਂਟ ਨਾਲ ਡਿਸਐਗਰੀ ਹਾਂ ਕਿ ਗਵਰਨਮੈਂਟ ਨੂੰ ਸਾਇੰਸ ਫੀਲਡ ਉੱਪਰ ਜ਼ਿਆਦਾ ਸਪੈਂਡਿੰਗ ਕਰਨੀ ਚਾਹੀਦੀ ਹੈ ਟੀਚਿੰਗ ਦੇ ਮਾਮਲੇ 'ਚ ਬਾਕੀਆਂ ਦੇ ਮੁਕਾਬਲੇ ਕੰਟਰੀ ਦੀ ਡਿਵੈਲਪਮੈਂਟ ਪੁਆਇੰਟ ਆਫ ਵਿਊ ਤੋਂ ਤਾਂ ਦੇਖੋ ਪਹਿਲਾ ਪੁਆਇੰਟ ਕੀ ਹੈ ਕਿ ਦੇਖੋ ਜੀ ਕੰਟਰੀ ਨੂੰ ਡਿਵੈਲਪ ਕਰਨ ਦੇ ਵਿੱਚ ਸਾਰੀਆਂ ਫੀਲਡਸ ਦਾ ਹੀ ਕੰਟਰੀਬਿਊਸ਼ਨ ਹੁੰਦਾ ਵਾ ਨਾ ਕਿ ਇਕੱਲੀ ਸਾਇੰਸ ਦਾ ਹੁੰਦਾ ਵਾ ਜੀ ਫੋਰ ਐਗਜ਼ਾਮਪਲ ਬਾਕੀ ਵੀ ਜਿਹੜੇ ਨੋਨ ਵੋਕੇਸ਼ਨਲ ਕੋਰਸਿਸ ਹੈਗੇ ਆ ਮੰਨ ਕੇ ਲਓ ਹੁਣ ਤੁਸੀਂ ਜਾਂ ਵੋਕੇਸ਼ਨਲ ਹੀ ਲਾ ਲਓ ਸਾਇੰਸ ਤੋਂ ਸਿਵਾਏ ਹੋਰ ਕਿਹੜੇ ਹੁੰਦੇ ਜਿਵੇਂ ਆਰਟਸ ਹੋ ਗਈ ਜਿਵੇਂ ਕਾਮਰਸ ਹੋ ਗਈ ਜਾਂ ਫਿਰ MBA ਕੋਰਸ ਹੋ ਗਿਆ ਹੋਰ ਵੀ ਜਿੰਨੀਆਂ ਵੀ ਫੀਲਡਸ ਹੁੰਦੀਆਂ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਤੇ ਦੇਖੋ ਕੰਟਰੀ ਦੀ ਡਿਵੈਲਪਮੈਂਟ ਵਿੱਚ ਇਕੱਲਾ ਸਾਇੰਸ ਹੀ ਨਹੀਂ ਬਲਕਿ ਬਾਕੀ ਫੀਲਡਸ ਵੀ ਕੋਈ ਬੱਚਾ ਵੈਲਡਰ ਦੀ ਸਟੱਡੀ ਕਰ ਰਿਹਾ ਉਹ ਵੱਡਾ ਹੋ ਕੇ ਬਾਅਦ ਚੋਂ ਵੈਲਡਰ ਦੀ ਮੰਨ ਕਰੋ ਉਹ ਵਰਕਸ਼ਾਪ ਖੋਲ ਰਿਹਾ ਵਾ ਯਾਨੀ ਕਿ ਬਾਕੀ ਫੀਲਡਸ ਵੀ ਕੰਟਰੀ ਦੀ ਡਿਵੈਲਪਮੈਂਟ ਦੇ ਵਿੱਚ ਕੰਟਰੀਬਿਊਸ਼ਨ ਕਰਦੀਆਂ ਵਾ ਸਾਇੰਸ ਦੇ ਵਾਂਗੂ ਤਾਂ ਫਿਰ ਆਪਾਂ ਨੂੰ ਸਾਇੰਸ ਨੂੰ ਜ਼ਿਆਦਾ ਵੇਟੇਜ ਨਹੀਂ ਦੇਣੀ ਚਾਹੀਦੀ ਕਿਉਂਕਿ ਜੋ ਇਕੋਨਮੀ ਹੈ ਕੰਟਰੀ ਦੀ ਉਹ ਸਾਰਿਆਂ ਤੋਂ ਮਿਲ ਕੇ ਬਣਦੀ ਹੈ ਨਾ ਕਿ ਇਕੱਲੀ ਸਾਇੰਸ ਤੋਂ ਤਾਂ ਇਹ ਮੇਰਾ ਪਹਿਲਾ ਕਾਰਨ ਆ ਤੁਸੀਂ ਇਹ BP1 'ਚ ਲਿਖ ਸਕਦੇ ਸੀ ਫੋਰ ਐਗਜ਼ਾਮਪਲ ਵੀ ਲਿਖ ਸਕਦੇ ਸੀਗੇ ਜੀ ਠੀਕ ਹੈ ਜੀ ਤਾਂ ਦੂਸਰੇ BP ਵਿੱਚ ਕਿਉਂਕਿ ਹੁਣ ਮੈਂ ਫੁੱਲੀ ਡਿਸਐਗਰੀ ਹਾਂ ਫੁੱਲੀ ਡਿਸਐਗਰੀ ਦਾ ਮਤਲਬ ਕੀ ਹੈ ਕਿ ਮੈਂ ਕਹਿ ਰਿਹਾ ਕਿ ਜੀ ਸਾਇੰਸ ਤੇ ਜ਼ਿਆਦਾ ਸਪੈਂਡਿੰਗ ਕਰਨੀ ਚਾਹੀਦੀ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂਗਾ ਹੁਣ BP2 'ਚ ਮੈਂ ਕਹਿ ਸਕਦਾ ਸੀਗਾ ਕਿ ਦੇਖੋ ਜੀ ਜੇ ਬਾਈ ਚਾਂਸ ਹੁਣ ਮੈਂ ਇੱਥੇ ਸਪੋਜ਼ ਕਰ ਰਿਹਾ ਵਾਂ ਵੈਸੇ ਸਪੋਜ਼ ਕਿਉਂ ਕਰ ਰਿਹਾ ਤਾਂ ਕਿ ਰੀਡਰ ਨੂੰ ਪਤਾ ਲੱਗ ਜੇ ਕਿ ਇਹ ਪਰਸਨ ਫੁੱਲੀ ਡਿਸਐਗਰੀ ਆ ਮੈਂ ਕਹਿ ਰਿਹਾ ਦੇਖੋ ਜੀ ਮੰਨ ਕੇ ਲਓ ਸਪੋਜ਼ ਕਰੋ ਕਿ ਗਵਰਨਮੈਂਟ ਸਾਇੰਸ ਤੇ ਜ਼ਿਆਦਾ ਸਪੈਂਡਿੰਗ ਕਰ ਦਿੰਦੀ ਆ ਤਾਂ ਜੀ ਇਹ ਚੀਜ਼ ਨਾਲ ਕੀ ਹੋਊਗਾ ਬਾਕੀ ਫੀਲਡਸ ਨੂੰ ਲੈ ਕੇ ਉਹਨਾਂ ਦੀ ਵੈਲਿਊ ਘੱਟ ਹੁੰਦੀ ਹੈ ਲੋਕਾਂ ਦਾ ਬਿਲੀਫ ਸਿਸਟਮ ਇਹ ਬਣ ਸਕਦਾ ਵਾ ਕਿ ਸ਼ਾਇਦ ਸਾਇੰਸ ਜ਼ਿਆਦਾ ਵੈਲਿਊਏਬਲ ਆ ਤੇ ਉਹ ਸ਼ਾਇਦ ਉਹ ਬਾਕੀ ਕੋਰਸਸ ਨੂੰ ਦੇ ਵਿੱਚ ਜਾਨੀ ਕਿ ਦਾਖਲਾ ਨਾ ਲੈਣ ਬਾਕੀਆਂ ਵਿੱਚ ਉਹ ਸਟੱਡੀ ਨਾ ਕਰਨ ਜਿਹਦੇ ਨਾਲ ਸੁਸਾਇਟੀ ਦਾ ਇੱਕ ਬਾਕੀ ਕੋਰਸਸ ਨੂੰ ਬਾਕੀ ਫੀਲਡਸ ਨੂੰ ਲੈ ਕੇ ਇੱਕ ਨੈਗੇਟਿਵ ਵਿਊ ਪੁਆਇੰਟ ਸੈੱਟ ਹੋ ਸਕਦਾ ਵਾ ਸਾਇੰਸ ਫੀਲਡ ਵੱਲੀ ਜ਼ਿਆਦਾ ਰਸ਼ ਹੋਣ ਲੱਗ ਜਾਣਾ ਵਾ ਜ਼ਿਆਦਾ ਕੈਂਡੀਡੇਟਸ ਜਾਣ ਲੱਗ ਜਾਣੇ ਆ ਤੇ ਬਾਕੀ ਫੀਲਡਸ ਦੇ ਵਿੱਚ ਬਾਅਦ ਚੋਂ ਲੈਕ ਦੇਖਣ ਨੂੰ ਮਿਲੂਗੀ ਸਟੂਡੈਂਟਸ ਦੀ ਜੋ ਕਿ ਫਿਊਚਰ ਵਿੱਚ ਜਾ ਕੇ ਸੁਸਾਇਟੀ ਵਿੱਚ ਉਹ ਫਿਰ ਉਹ ਡਿਵੈਲਪਮੈਂਟ ਨਹੀਂ ਕਰੂਗੀ ਬਲਕਿ ਉਹ ਹੋਰ ਇੱਕ ਡਿਸਟਰਬਿੰਗ ਸਿਚੁਏਸ਼ਨ ਨੂੰ ਪੈਦਾ ਕਰ ਦੂਗੀ ਸੋ BP2 'ਚ ਮੈਂ ਕੀ ਕਿਹਾ ਕਿ ਜੇ ਬਾਈ ਚਾਂਸ ਸਾਇੰਸ ਤੇ ਜ਼ਿਆਦਾ ਸਪੈਂਡਿੰਗ ਹੁੰਦੀ ਵੀ ਆ ਤਾਂ ਇਹ ਚੀਜ਼ ਨਾਲ ਬਾਕੀਆਂ ਫੀਲਡਸ ਦੀ ਜਿਹੜੀ ਵੈਲਿਊ ਆ ਉਹ ਘੱਟ ਹੋ ਜੂਗੀ ਇਹ ਖੁਦ ਦੇ ਵਿੱਚ ਇੱਕ ਨੈਗੇਟਿਵ ਚੀਜ਼ ਆ ਤੇ ਕੰਟਰੀ ਦੇ ਡਿਵੈਲਪਮੈਂਟ ਪੁਆਇੰਟ ਆਫ ਵਿਊ ਤੋਂ ਵੀ ਇਹ ਨੈਗੇਟਿਵ ਆ ਕਿਉਂਕਿ ਸਪੋਜ਼ ਕਰੋ ਫੋਰ ਐਗਜ਼ਾਮਪਲ ਫਿਊਚਰ ਦੇ ਵਿੱਚ ਵੈਲਡਰ ਹੀ ਨਾ ਲੱਭੇ ਕੋਈ ਛੇਤੀ ਫਿਰ ਇਲੈਕਟ੍ਰੀਸ਼ੀਅਨ ਹੀ ਨਾ ਲੱਭੇ ਛੇਤੀ ਜਾਂ ਆਪਾਂ ਕਹਿ ਦਈਏ ਕਿ ਕੋਈ ਕਾਰਪੈਂਟਰ ਹੀ ਨਾ ਲੱਭੇ ਸੁਸਾਇਟੀ ਵਿੱਚ ਤਾਂ ਦੇਖੋ ਫਿਰ ਇਹ ਡਿਵੈਲਪਮੈਂਟ ਫੁੱਲੀ ਤਾਂ ਹੋਈ ਨਹੀਂ ਇੱਕ ਕੰਟਰੀ ਦੀ ਇਹ ਫੋਰ ਐਗਜ਼ਾਮਪਲ ਬਣ ਸਕਦੇ ਆ ਦੀ BP2 'ਚ ਸੋ ਫੁੱਲੀ ਡਿਸਐਗਰੀ ਹੋ ਕੇ ਬਹੁਤ ਵਧੀਆ ਬਣਨਾ ਸੀਗਾ ਜੇ ਹੁਣ ਤੁਸੀਂ ਸਹਿਮਤ ਹੋਇਆ ਨਹੀਂ ਕਿ ਜੀ ਮੈਂ ਸਹਿਮਤ ਹਾਂ ਕਿ ਬਿਲਕੁਲ ਜੀ ਸਾਇੰਸ ਤੇ ਬਾਕੀਆਂ ਨਾਲੋਂ ਜ਼ਿਆਦਾ ਸਪੈਂਡਿੰਗ ਕਰਨੀ ਚਾਹੀਦੀ ਹੈ ਫਿਰ ਪੁਆਇੰਟ ਕੀ ਹੋਣੇ ਸੀਗੇ ਫਿਰ ਤੁਸੀਂ ਹੁਣ ਦੇਖੋ ਨਾ ਹੁਣ ਤੁਸੀਂ ਉਹ ਚੀਜ਼ਾਂ ਨੂੰ ਹੁਣ ਉਲਟਾ ਕਹਿਣ ਲੱਗ ਗਿਆ ਨਾ ਕਿਉਂਕਿ ਹੁਣ ਤੁਸੀਂ ਸਾਇੰਸ ਨੂੰ ਮਾੜਾ ਕਿਉਂ ਕਹੋਗੇ ਹੁਣ ਤੁਸੀਂ ਕਹੋਗੇ ਜੀ ਪਹਿਲਾਂ ਮੇਰਾ ਪੁਆਇੰਟ ਇਹ ਆ ਕਿਉਂਕਿ ਜੀ ਸਾਇੰਸ ਫੀਲਡ ਜਿਹੜੀ ਹੈਗੀ ਆ ਉਹ ਕੰਟਰੀ ਦੀ ਡਿਵੈਲਪਮੈਂਟ ਦੇ ਵਿੱਚ ਕੰਟਰੀਬਿਊਸ਼ਨ ਜ਼ਿਆਦਾ ਕਰਦੀ ਹੈ ਜੀ ਕਿਵੇਂ ਜ਼ਿਆਦਾ ਕਰਦੀ ਹੈ ਤੁਸੀਂ ਉਹ ਪ੍ਰੂਵ ਕਰ ਦੇਣਾ ਸੀਗਾ ਜੀ ਕਿ ਹੁਣ ਦੀ ਜੋ ਟੈਕਨੋਲੋਜੀ ਆ ਜੇ ਟੈਕਨੋਲੋਜੀ ਜਿਹੜੀ ਹੈਗੀ ਆ ਉਹ ਜਿਹੜੀ ਕੰਟਰੀ ਦੀ ਟੈਕਨੋਲੋਜੀ ਜ਼ਿਆਦਾ ਗਰੋ ਆ ਜ਼ਿਆਦਾ ਹਾਈ ਆ ਉਹ ਕੰਟਰੀ ਬਾਕੀਆਂ ਦੇ ਨਾਲੋਂ ਜ਼ਿਆਦਾ ਡਿਵੈਲਪਡ ਕੰਟਰੀ ਮੰਨੀ ਜਾਂਦੀ ਹੈ ਫੋਰ ਐਗਜ਼ਾਮਪਲ ਜਿਵੇਂ ਚਾਈਨਾ ਹੋ ਗਿਆ ਜਾਪਾਨ ਹੋ ਗਿਆ ਇਹ ਕੰਟਰੀਆਂ ਕਿਉਂ ਡਿਵੈਲਪਡ ਆ ਜੀ ਕਿਉਂਕਿ ਸਾਇੰਸ ਫੀਲਡ ਉੱਪਰ ਜ਼ਿਆਦਾ ਧਿਆਨ ਦਿੱਤਾ ਸੋ ਜੇ ਤੁਸੀਂ ਫੁੱਲੀ ਐਗਰੀ ਹੁੰਦੇ ਹੋ ਫਿਰ ਤੁਹਾਨੂੰ ਜਾਣੀ ਕਿ ਉਹ ਵਾਲੇ ਪੁਆਇੰਟ ਜਾਣੀ ਕਿ ਦੇਖਣੇ ਪੈਣੇ ਆ BP2 ਵੀ ਲਿਖ ਸਕਦੇ ਸੀਗੇ ਸਾਇੰਸ ਜਿਹੜੀ ਹੈਗੀ ਆ ਉਹ ਕਾਫੀ ਜ਼ਿਆਦਾ ਆਪਾਂ ਕਹਿ ਦਈਏ ਕਿ ਗਾਂਹ ਜਾ ਕੇ ਫੀਲਡਸ ਨੂੰ ਜਨਮ ਦਿੰਦੀ ਹੈ ਜੀ ਬਹੁਤ ਜ਼ਿਆਦਾ ਸਾਇੰਸ
जिवें मैडिकल फील्ड काते टिकी है, साइंस उपर टिकी है, टैक्नोलॉजी कादे उपर है जी, साइंस उपर। फिर इंजीनियरिंग जो भी है देश आपां जो भी बिल्डिंग सारे कुछ जो बनाउने सारा कुछ जन्म साइंस दे विचों ही हुंदा है जी। हर एक कंसैप्ट जो हैगा वो तुसीं कह दो साइंस दे विचों निकलदा, ज़्यादातर हर एक नहीं ज़्यादातर। तो बाकी फील्ड का भी कंट्रीब्यूशन हैगा वा, पर साइंस दे नालों घट आ। साइंस मान के तुसीं कोई जिवें 70% कंट्रीब्यूट करती है बाकी फील्ड्स के मुकाबले, तां करके फिर स्पेंडिंग भी साइंस उपर ज़्यादा होनी चाहिए है जे कंट्री के डेवलपमेंट पॉइंट ऑफ व्यू तो देखा जाए। तो ये तुहाडा सीगा, चाहे तुसीं सहमत हो जांदे फुली ते चाहे तुसीं ना आंदे। हुण गल इत्थे पार्शियली दी कि जी मैं पार्शियली हाँ जी। BP1 तुसीं कह रहे हो कि जी मैनू हाँ जी कि मैनू लगदा वा कि साइंस उपर ज़्यादा स्पेंडिंग करनी चाहिए है बाकियां दे नाल। तो हुण तुसीं BP2 विच आके की कहोगे जी? मान के लो एक बच्चा कह रहा कि जी पर आपां नूं बाकियां नूं भी छड्डना नहीं चाहिए, वो स्टेटमेंट किहड़ा छड्ड रही है जी? स्टेटमेंट में ये चीज़ कितने ने लिखी कि साइंस उपर ज़्यादा स्पेंडिंग करो तो बाकियां तो जमा ही ना करो या करो ही ना। स्टेटमेंट कह रही है साइंस तो ज़्यादा स्पेंडिंग करो, मतलब कि निकले आंदा कि स्पेंडिंग तो बाकियां ते भी करनी है। जिहड़ा तुसीं BP2 बनाया वा कि जी बाकियां नूं भी जानी कि आपां नूं वैसे नहीं छड्ड देना चाहिए, स्टेटमेंट ये चीज़ कह ही नहीं रहेगी। सो ये टास्क रिस्पॉन्स जिहड़ा हैगा वा किते ना किते वो घट सैटिस्फाइंग आ, रीडर नूं कन्फ्यूज करने वाला। तुसीं सपोज करो तुसीं BP2 च लिखी जाते हो कि जी बाकियां नूं भी आपां नूं छड्डना नहीं चाहिए, तो रीडर जाके स्टेटमेंट पढ़दा भी की स्टेटमेंट विच उन्होंने भी ये गल कही सीगी कि बाकियां ते करो ही ना, कल्ली साइंस ते कर दो। वो कह रहे साइंस ते ज़्यादा स्पेंडिंग करो, मतलब कि यार स्पेंडिंग बाकियां ते तां करनी होई आ, साइंस ते थोड़े जे पैसे होर ला दो बस। तो BP2 वो जिहड़ा हैगा टास्क रिस्पॉन्स दे विचों बैंड कट्टे जा सकते हैं। सो ये टास्क 2 मैं तुहानूं फुली तां दस्सिया मैं तुहानूं कि फ्यूचर दे विच जिवें कई स्टूडेंट हुंदे आ कि जे 2 वाट एक्सटेंट देखण तां ਉਹ बिना कुछ सोचे समझे बस मन के बह जाते कि मैं तुहानूं पार्शियली जाऊँगा। पार्शियल जाना रीडर नूं जो सैटिस्फैक्शन वो पूरी शायद ना देवे, तो वो शायद कन्फ्यूज हो जाए, वो शायद स्टेटमेंट पढ़न जाए दोबारा। तो ये चीज़ तो बचन के लिए तुसीं एक सिंगल डायरैक्शन के जा सकते हो, जो भी डायरैक्शन के पॉइंट तुहाडे कोल ज़्यादा है। पार्शल वो चीज़ हो सकते हो जिसे तुहानूं लगदा कि मेरा टास्क रिस्पॉन्स गलत नहीं होगा जी। मैं एक वीडियो बनाऊँगा जिंदे विच मैं तुहानूं दसूँगा कि पार्शियली किवें ते कित्थे आपां नूं जाना चाहिए वा। सो जे आपां टास्क 1 की गल करिए तो टेबल सीगा, तो जे आप लिसनिंग की गल करिए तो स्टूडेंट ज़्यादातर कह रहा कि जी सौखी सी लिसनिंग बहुत ज़्यादा, तो रीडिंग जी सी मॉडरेट सी। पैसेज 1 औखा दसिया जा रहा वा, 2 ते 3 जिहड़े है वो कहते सॉरी पैसेज 1 कहते सौखा सीगा मॉडरेट सीगा, बट सैकेंड एंड थर्ड थोड़े डिफिकल्ट सीगे। सो ठीक है गाइज, मैं तुहानूं मेन मोटिव सीगा कि तुहानूं नाल एक वैल्यूएबल कला रिव्यू नहीं बल्कि नाल वैल्यूएबल कोई चीज़ दसां कि टास्क 2 नूं डील किवें करना सीगा। सो ये वीडियो नूं शेयर करो तो मिलते मैं नैक्सट वीडियो टिल दैन टेक केयर। तो हाँ चैनल नूं सबसक्राइब करना ना भुल्लिओ।